ਬਲਜਿੰਦਰ ਸਿੰਘ ਤੰਬਰੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਹੁੰਚੇ ਹੋਏ ਆ ਗੁਰਪ੍ਰੀਤ ਖਹਿਰਾ ਸਾਹਿਬ ਦੇ ਦਫ਼ਤਰ ਵਿੱਚ CWC ਇਮੀਗ੍ਰੇਸ਼ਨ ਪੈਟਰੋਲ ਅਤੇ ਸਟੀਲ ਤੇ ਥੋੜੀ ਜਾਣਕਾਰੀ ਲੈਂਦੇ ਗੁਰਪ੍ਰੀਤ ਖਹਿਰਾ ਸਾਹਿਬ ਕੋ ਇਮੀਗ੍ਰੇਸ਼ਨ ਜੀ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਬਲਜਿੰਦਰ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। 10 ਸਾਲ 5 ਸਾਲ ਬਹੁਤ ਦੇਰ ਦੀ ਆਪਾਂ ਇਹ ਕੁਐਸਚਨ ਕਰਦੇ ਆ ਰਹੇ ਹਾਂ। ਛੋਟੇ ਟਾਊਨ ਵਿੱਚ ਜਾਈਏ ਕਹਿੰਦੇ ਸਾਨੂੰ ਲੋਕ ਚਾਹੀਦੇ ਹਨ, ਸਟੂਡੈਂਟ ਚਾਹੀਦੇ ਹਨ, ਕੰਮ ਕਰਨ ਵਾਸਤੇ ਲੋਕੀ ਚਾਹੀਦੇ ਹਨ ਤੇ ਸਰਕਾਰ ਕਹਿੰਦੀ ਆ ਮੰਗਾ ਲਓ ਇਮੀਗ੍ਰੇਸ਼ਨ ਤੋਂ, ਬਾਹਰ ਦੀ ਕੰਟਰੀ ਤੋਂ ਸਟੂਡੈਂਟ ਮੰਗਾ ਲਓ, ਕੰਮ ਕਰਨ ਵਾਲੇ ਮੰਗਾ ਲਓ। ਪਰ ਬੈਰੀ ਦੇਖ ਲਓ, ਛੋਟੇ ਹੋਰ ਟਾਊਨ ਦੇਖ ਲਵੋ, ਉੱਥੇ ਐਪਲੀਕੇਸ਼ਨ ਭਰਦੇ ਹਨ ਤੇ ਹਫ਼ਤੇ ਬਾਅਦ ਮੁੜ ਕੇ ਫਿਰ ਬਰੈਂਪਟਨ ਜਾਂ ਟੋਰਾਂਟੋ ਵਿੱਚ ਪਹੁੰਚ ਜਾਂਦੇ ਹਨ। ਪਰ ਜਿੱਥੇ ਇਹਨਾਂ ਨੂੰ ਲੋਕ ਚਾਹੀਦੇ ਆ ਉੱਥੇ ਮਿਲ ਨਹੀਂ ਰਹੇ, ਮੁੜ ਕੇ ਫਿਰ ਰਸ਼ ਸ਼ਹਿਰਾਂ ਵਿੱਚ ਪੈ ਜਾਂਦਾ ਆ। ਇਹ ਕਾਰਨ ਕੀ ਆ? ਇਹ ਚੇਂਜ ਕੱਲ੍ਹ ਨਹੀਂ ਕਰਦੇ, ਅੰਡਰਸਟੈਂਡ ਕੱਲ੍ਹ ਨਹੀਂ ਕਰਦੇ ਵੀ ਜਿੱਥੇ ਲੋਕ ਨਹੀਂ ਚਾਹੀਦੇ ਉੱਥੇ ਧੱਕਾ ਪੈ ਰਿਹਾ, ਜਿੱਥੇ ਚਾਹੀਦੇ ਹਨ ਉਹਨਾਂ ਨੂੰ ਮਿਲ ਨਹੀਂ ਰਹੇ। ਇਹ ਸਾਰਾ ਕਸੂਰ ਹੈ ਜਿਹੜਾ ਇਹ ਪ੍ਰੋਵਿੰਸ਼ੀਅਲ ਸਰਕਾਰ ਦਾ ਹੈਗਾ ਬਲਜਿੰਦਰ। One second, liberals, federal has nothing to do with it. ਐਬਸੋਲੂਟਲੀ ਲਿਬਰਲ ਸਰਕਾਰ ਜਿਹੜੀ ਹੈ ਇਸ ਵੇਲੇ ਪਾਵਰ 'ਚ ਹੈਗੀ ਹੈ, ਫੈਡਰਲ ਗਵਰਨਮੈਂਟ, ਉਹਦਾ ਕੋਈ ਕਸੂਰ ਇਹ ਮਾਮਲੇ 'ਚ ਹੈ ਨਹੀਂ, ਜ਼ੀਰੋ ਕਸੂਰ ਹੈ। ਸਾਰੇ ਦਾ ਸਾਰਾ ਜਿਹੜਾ ਕਸੂਰ ਹੈ ਉਹ ਪ੍ਰੋਵਿੰਸ਼ੀਅਲ ਮਾਮਲੇ 'ਚ ਹੈ। ਇਹ ਬਚ ਕਿਵੇਂ ਜਾਂਦੇ ਆ ਪ੍ਰੋਵਿੰਸ਼ੀਅਲ ਆਪਾਂ ਤੇ ਆਉਣ ਕਿਉਂ ਨਹੀਂ ਦਿੰਦੇ? ਗੱਲ ਆਮ ਤੌਰ ਤੇ ਇੱਕ ਕਾਮਨ ਸੈਂਸ ਕਾਮਨ ਨੌਲੇਜ ਦੀ ਗੱਲ ਹੈ ਕਿ ਇਮੀਗ੍ਰੇਸ਼ਨ ਦਾ ਫੈਡਰਲ ਮਾਮਲਾ ਹੈ ਜੀ। ਆਪਾਂ ਫੈਡਰਲ ਮਾਮਲੇ ਦੀ ਗੱਲ ਨਹੀਂ ਕਰ ਰਹੇ ਬਲਜਿੰਦਰ, ਆਪਾਂ ਪੜ੍ਹਾਈ ਦੇ ਮਾਮਲੇ ਦੀ ਗੱਲ ਕਰ ਰਹੇ ਹਾਂ, ਆਪਾਂ ਸਟੂਡੈਂਟ ਦੇ ਮਾਮਲੇ ਦੀ ਗੱਲ ਕਰ ਰਹੇ ਹਾਂ। ਫੈਡਰਲ ਸਰਕਾਰ ਤਾਂ ਕਾਲਜਸ ਨੂੰ ਯੂਨੀਵਰਸਿਟੀਜ਼ ਨੂੰ ਕੰਟਰੋਲ ਨਹੀਂ ਕਰਦੀ, ਉਹ ਤਾਂ ਪ੍ਰੋਵਿੰਸ਼ੀਅਲ ਸਰਕਾਰ ਕਰਦੀ ਹੈ। ਇਹ ਸਾਰਾ ਕਸੂਰ ਪ੍ਰੋਵਿੰਸ਼ੀਅਲ ਸਰਕਾਰ ਦਾ ਹੈ। ਆਪਾਂ ਸਮੇਂ 'ਚ ਪਿੱਛੇ ਜਾਈਏ, ਮੈਂ ਥੋੜੀ ਹਿਸਟਰੀ ਤੁਹਾਨੂੰ ਦੱਸਦਾ ਇਹ ਵਿਗਾੜ ਕਿਵੇਂ ਹੋਇਆ ਜੀ। ਕੰਜ਼ਰਵੇਟਿਵ ਇੱਕ ਪਾਲਿਸੀ ਫੈਡਰਲ ਸਰਕਾਰ ਪਾਲਿਸੀ ਲੈ ਕੇ ਆਈ ਕਿ ਜਿਹੜੇ ਕੈਨੇਡਾ ਦੇ ਇੰਸਟੀਟਿਊਸ਼ਨਸ ਨੇ, ਅਕੈਡਮਿਕ ਇੰਸਟੀਟਿਊਸ਼ਨਸ ਨੇ, ਉਹਨਾਂ ਨੂੰ ਕੰਪੈਟੀਟਿਵਨੈਸ ਦਿੱਤੀ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆ ਕੇ ਪੜ੍ਹਨ। ਕੈਨੇਡਾ ਦੀ ਇਕਨੋਮਿਕ ਗਰੋਥ ਹੈ ਜਿਹੜੀ ਹੋਵੇ। ਹੁਣ ਇੰਗਲੈਂਡ ਜਾਂਦੇ ਸੀ ਲੋਕ, ਆਸਟ੍ਰੇਲੀਆ ਨਿਊਜ਼ੀਲੈਂਡ ਜਾਂਦੇ ਸੀ, ਯੂਨਾਈਟਿਡ ਸਟੇਟਸ ਜਾਂਦੇ ਸੀ, ਕੈਨੇਡਾ ਦਾ ਬਹੁਤ ਛੋਟਾ ਹਿੱਸਾ ਸੀਗਾ ਜੀ। ਉਹ ਤੋਂ ਬਾਅਦ ਇਹਨਾਂ ਨੇ ਪਾਲਿਸੀ ਨੂੰ ਓਪਨ ਕਰਨਾ ਸ਼ੁਰੂ ਕਰਿਆ। ਜਿੰਨਾ ਚਿਰ ਕੰਜ਼ਰਵੇਟਿਵ ਪਾਵਰ 'ਚ ਰਹੇ ਉਹਨਾਂ ਨੇ ਪਾਲਿਸੀ ਓਪਨ ਕਰਕੇ ਰੱਖੀ। 2014 'ਚ ਉਹਨਾਂ ਨੇ ਕਾਨੂੰਨ ਨੂੰ ਹੋਰ ਵੀ ਸਖਤ ਕੀਤਾ ਤਾਂ ਕਿ ਜਿਹੜੇ ਸਿਚੁਏਸ਼ਨ ਹੈ ਉਹ ਇਹਨੂੰ ਕੰਟਰੋਲ 'ਚ ਰੱਖਿਆ ਜਾਵੇ ਜੀ। ਉਸ ਤੋਂ ਬਾਅਦ ਜਿਹੜਾ ਇਹ ਕੰਮ ਸੀ ਇਹਨੂੰ ਮੈਨੇਜ ਕਰਨ ਦਾ, ਉਹ ਮੈਨੇਜ ਕੰਮ ਕਰਨ ਦਾ ਸੀ ਪ੍ਰੋਵਿੰਸ਼ੀਅਲ ਸਰਕਾਰ ਦਾ। ਫੈਡਰਲ ਸਰਕਾਰ ਤਾਂ ਬੰਦੇ ਲਿਆ ਸਕਦੀ ਹੈ, ਉਹਨਾਂ ਦੀ ਮੈਨੇਜਮੈਂਟ ਨਹੀਂ ਨਾ ਕਰ ਸਕਦੀ। ਸਟੂਡੈਂਟ ਨੇ ਜਿਹੜੀ ਉਹਦੀ ਮੈਨੇਜਮੈਂਟ ਕਿਹਨੇ ਕਰਨੀ ਹੈ? ਪ੍ਰੋਵਿੰਸ਼ੀਅਲ ਸਰਕਾਰ ਨੇ ਕਰਨੀ ਹੈ। ਇੱਕ ਗਲਤ ਸਮਝੌਤਾ ਕਰਨ ਦੀ ਇਜਾਜ਼ਤ ਦਿੱਤੀ ਲਿਬਰਲ ਪਾਵਰ ਦੇ ਵਿੱਚ ਸੀ ਓਨਟਾਰੀਓ ਦੇ ਵਿੱਚ। ਉਦੋਂ ਓਨਟਾਰੀਓ ਲਿਬਰਲਸ ਪਾਵਰ ਦੇ ਵਿੱਚ ਸੀ। ਉਹ ਗਲਤ ਸਮਝੌਤਾ ਕੀ ਸੀ? ਉਹ ਗਲਤ ਸਮਝੌਤਾ ਇਹ ਸੀ, ਜਿਵੇਂ ਹੁਣ ਤੁਸੀਂ ਐਗਜ਼ਾਮਪਲ ਹੈ ਕਿ ਬੇਰੀ 'ਚ ਕਾਲਜ ਹੈ, ਕੋਈ ਥੰਡਰ ਬੇ 'ਚ ਹੈ, ਕੋਈ ਸੂਸੇ ਮੈਰੀ 'ਚ ਹੈ, ਕੋਈ ਸਡਬਰੀ 'ਚ ਹੈ। ਉਹ ਸਾਰੇ ਕਾਲਜਸ ਨੇ ਤੇ ਉੱਥੇ ਜਿਹਨਾਂ ਦੀ ਐਡਮਿਸ਼ਨ ਹੋਵੇ ਤਾਂ ਸਟੂਡੈਂਟ ਉੱਥੇ ਪੜ੍ਹਨ ਜਾਣ ਜੀ। ਸਡਬਰੀ ਪੜ੍ਹਨ ਜਾਣ, ਥੰਡਰ ਬੇ ਪੜ੍ਹਨ ਜਾਣ, ਸੂਸੇ ਮੈਰੀ ਪੜ੍ਹਨ ਜਾਣ ਤੇ ਜਿਹੜਾ ਵੀ ਓਨਟਾਰੀਓ ਦਾ ਰਹਿੰਦਾ ਹਿੱਸਾ ਹੈ ਉੱਥੇ ਪੜ੍ਹਨ ਜਾਣ ਤਾਂ ਕਿ ਉਹ ਹਿੱਸੇ ਦੀ ਇਕਨੋਮਿਕ ਗਰੋਥ ਵੀ ਹੋਵੇ। ਉਹ ਕਮਿਊਨਿਟੀ ਕਾਲਜ ਦਾ ਮਤਲਬ ਕੀ ਹੈ ਕਿ ਉਹ ਕਮਿਊਨਿਟੀ ਦੀ ਤਰੱਕੀ ਹੋਵੇ ਜੀ। ਇੱਕ ਗਲਤ ਸਮਝੌਤਾ ਕਰਨ ਦੀ ਇਜਾਜ਼ਤ ਦਿੱਤੀ ਲਿਬਰਲਸ, ਪ੍ਰੋਵਿੰਸ਼ੀਅਲ ਲਿਬਰਲਸ ਨੇ ਓਨਟਾਰੀਓ ਦੇ ਵਿੱਚੋਂ, ਜਿੱਥੇ ਕਿ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਅਲਾਓ ਕਰਤੀ ਜੀ। ਸਡਬਰੀ 'ਚ ਕਾਲਜ ਹੈ, ਇੱਕ ਪ੍ਰਾਈਵੇਟ ਕਾਲਜ ਬਰੈਂਪਟਨ 'ਚ ਹੈ, ਉਹਨਾਂ ਨੂੰ ਸਮਝੌਤਾ ਕਰਨ ਦੀ ਇਜਾਜ਼ਤ ਦੇਤੀ ਕਿ ਕੈਂਪਸ ਉਰੇ ਖੁੱਲ ਜੂਗਾ। ਸੋ ਸਡਬਰੀ ਜਾਣ ਦੀ ਸਟੂਡੈਂਟ ਨੂੰ ਲੋੜ ਨਹੀਂ, ਉਹਦੀ ਪੜ੍ਹਾਈ ਹੈ ਜਿਹੜੀ ਉਹ ਇੱਥੇ ਹੋ ਜੂਗੀ ਬਰੈਂਪਟਨ 'ਚ। ਸਰਟੀਫਿਕੇਟ ਉਹਨੂੰ ਸਡਬਰੀ ਦਾ ਮਿਲ ਜੂਗਾ ਤੇ ਇਹਦੇ ਨਾਲ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜੂ, ਕਿਉਂਕਿ ਤੁਸੀਂ ਕਮਿਊਨਿਟੀ ਕਾਲਜ ਪੜ੍ਹਦੇ ਹੋ ਤੁਹਾਨੂੰ ਤਾਂ ਹੀ ਵਰਕ ਪਰਮਿਟ ਮਿਲਦਾ ਹੈ, ਅਦਰਵਾਈਜ਼ ਤੁਹਾਨੂੰ ਪ੍ਰਾਈਵੇਟ ਕਾਲਜ ਪੜ੍ਹ ਕੇ ਤਾਂ ਮਿਲਦਾ ਨਹੀਂ। ਸੋ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਦੋਂ ਦੇਖਦਾ ਵੀ ਕਾਲਜ ਬੜਾ ਵੱਡਾ, ਕੈਂਪਸ ਬੜਾ ਸੋਹਣਾ, ਟੀਚਰ ਆ, ਕਲਾਸਿਸ ਆ, ਸਟੂਡੈਂਟ ਆ, ਪਾਰਕ ਆ, ਲੰਚ ਰੂਮ, ਸਭ ਕੁਝ ਹੈਗਾ, ਪਰ ਜਦੋਂ ਸਬਸਿਡੀ ਦੇਤੀ ਇੱਥੇ ਦੋ ਕਮਰੇ 'ਚ ਪੜ੍ਹਾਈ ਜਾਂਦੇ ਆ। ਬਿਲਕੁਲ ਸਹੀ। ਸੋ ਉਹ ਜਿਹੜੀ ਚੀਜ਼ ਹੋਈ ਉਹ ਚੱਲੀ 2-3 ਸਾਲ, 3 ਸਾਲ ਚੱਲੀ। 18 'ਚ ਜਾ ਕੇ ਜਦੋਂ ਲਿਬਰਲ ਜਿਹੜੀ ਓਨਟਾਰੀਓ ਲਿਬਰਲਸ ਦੀ ਹਾਇਰ ਐਜੂਕੇਸ਼ਨ ਦੀ ਮਿਨਿਸਟਰ ਸੀ, ਮਿਟਸੀ ਹੰਟਰ ਸੀ ਜੀ। ਮਿਟਸੀ ਹੰਟਰ ਨੇ ਉਹ ਰਿਪੋਰਟ ਸਾਹਮਣੇ ਲਿਆ ਕੇ ਕਿਹਾ ਕਿ ਇਹ ਬਹੁਤ ਗਲਤ ਸਮਝੌਤਾ ਹੈ। ਜਿਹੜੇ ਪਰਪਸ ਲਈ ਐਸੈਂਸ ਸੀ ਜੋ ਇਮੀਗ੍ਰੇਸ਼ਨ ਦਾ ਕਿ ਜਿਹੜੇ ਛੋਟੇ ਏਰੀਏ ਨੇ ਉੱਥੇ ਤਰੱਕੀ ਹੋਵੇ, ਉੱਥੇ ਸਟੂਡੈਂਟ ਜਾਣ, ਉੱਥੇ ਬਿਜ਼ਨਸ ਆਵੇ, ਉਹ ਤਾਂ ਹੋ ਹੀ ਨਹੀਂ ਰਿਹਾ। ਐਕਚੁਅਲੀ ਕੈਨੇਡਾ ਨੂੰ ਗਰੋ ਕਰਨਾ ਅਰਬਨ ਏਰੀਆ ਦੇ ਵਿੱਚ ਕਰ ਨਹੀਂ ਰਹੇ। ਬਿਲਕੁਲ ਸਹੀ। ਤਾਂ ਉਹਨੇ ਮੋਰੇਟੋਰੀਅਮ ਲਾਤਾ ਕਿ ਜਿਹੜੇ ਹੁਣ ਪੜ੍ਹਦੇ ਨੇ, ਇਹ ਤੋਂ ਬਾਅਦ 19 ਤੋਂ ਬਾਅਦ ਕੋਈ ਨਵੀਂ ਐਡਮਿਸ਼ਨ ਨਹੀਂ ਕਰ ਸਕਣਗੇ ਜੀ। 18 'ਚ ਸਰਕਾਰ ਬਦਲ ਜਾਂਦੀ ਹੈ ਜੀ। ਇੱਥੇ ਆਪਣੇ ਡਗਫੋਰਡ ਦੇ ਕੰਜ਼ਰਵੇਟਿਵ ਆ ਜਾਂਦੇ ਨੇ।
ਮਿਨਿਸਟਰ ਬਣਦਾ ਰੌਸ ਰੋਮਾਨੋ ਜੀ ਹਾਇਰ ਐਜੂਕੇਸ਼ਨ ਦਾ। ਉਹ ਕੀ ਕਹਿੰਦਾ, ਉਹ ਕਹਿੰਦਾ ਕਿ ਇਹ ਤਾਂ ਬਹੁਤ ਐਂਟਰਪ੍ਰੇਨਿਓਰੀਅਲ ਕੰਮ ਹੈਗਾ, ਤਾਂ ਬਹੁਤ ਵਧੀਆ ਵਪਾਰ ਹੈ, ਇਹ ਵਪਾਰ ਤਾਂ ਚੱਲਦਾ ਰਹਿਣਾ ਚਾਹੀਦਾ। ਉਹਨੇ ਉਹ ਮੋਰਟੋਰੀਅਮ ਹਟਾ ਕੇ ਉਹ ਐਡਮਿਸ਼ਨਸ ਫਿਰ ਲਾਗੂ ਕਰਤੀਆਂ। ਇਹੀ ਰੀਜ਼ਨ ਹੈ ਜਿਹੜਾ ਤੁਸੀਂ ਸੋਚੋ ਕਿ ਹਰ ਬਰੈਂਪਟਨ ਦੇ ਵਿੱਚ ਜੇ ਆਪਾਂ ਐਗਜ਼ਾਮਪਲ ਲਾ ਕੇ ਚੱਲੀਏ, ਆਪਣੇ ਕੋਲ ਸੈਨਿਕਾ ਕਾਲਜ ਹੈ, ਸੌਰੀ ਆਪਣੇ ਕੋਲ ਸ਼ੈਰਡਨ ਕਾਲਜ ਆ। ਸ਼ੈਰਡਨ ਕਾਲਜ ਕਿੰਨੇ ਕੁ ਲੋਕ ਪੜ੍ਹਦੇ ਹੋਣਗੇ, ਕਿੰਨੇ ਕੁ ਸਟੂਡੈਂਟ ਇੰਟਰਨੈਸ਼ਨਲ ਆਉਂਦੇ ਹੋਣਗੇ, ਤੇ ਉਨੇ ਕੁ ਲੋਕ ਨੇ। ਉਹ ਤੋਂ ਬਾਅਦ ਜਦੋਂ ਤੁਸੀਂ ਬਾਹਰਲੇ ਕਾਲਜਸ ਇਹੋ ਜਿਹੇ 10 ਕਾਲਜ ਨੇ, ਹੁਣ 13 ਹੋ ਗਏ ਨੇ, ਇਨੀਸ਼ੀਅਲੀ 10 ਸੀ, 13 ਕਾਲਜਸ ਨੂੰ ਜੇ ਤੁਸੀਂ ਇੱਥੇ ਖੋਲਣ ਦੀ ਇਜਾਜ਼ਤ ਦੇ ਦਿਓ, ਐਟ ਐਨ ਐਵਰੇਜ ਇੱਕ ਸਾਲ 'ਚ ਕਰੀਬਨ 50 ਤੋਂ ਲੈ ਕੇ 60,000 ਸਟੂਡੈਂਟ ਤੁਸੀਂ ਜਿਹੜਾ ਦਾਖਲ ਕਰ ਦੋ, ਤੇ ਉਹ ਲਗਾਤਾਰ ਵੱਧਦਾ ਜਾਵੇ, ਉਹ ਤਾਂ ਜਾ ਕੇ 500,000 ਦੇ ਨੇੜੇ ਤੇੜੇ ਪਹੁੰਚ ਜੂਗਾ ਜੀ। ਹੁਣ ਆਪਣੇ ਕੋਲ ਨਾ ਇਨਫਰਾਸਟ੍ਰਕਚਰ ਹੈ, ਨਾ ਆਪਣਾ ਕੋਈ ਸਿਟੀ ਨੂੰ ਐਕਸਟਰਾ ਫੰਡਿੰਗ ਦਿੱਤੀ ਕਿ ਤੁਸੀਂ ਆਪਦੀ ਪਬਲਿਕ ਟਰਾਂਸਪੋਰਟ ਚਲਾ ਲਓ, ਨਾ ਹਾਊਸਿੰਗ ਨੂੰ ਕੁਝ ਦਿੱਤੀ। ਹਾਂ, ਲੋਕ ਜਿਹੜੇ ਉਹ ਦਾਖਲ ਕਰਨੇ ਸ਼ੁਰੂ ਕਰਤੇ। ਸੋ ਇਹਦੇ ਵਿੱਚ ਸਿਟੀ ਆਫ ਬਰੈਂਪਟਨ, ਸਿਟੀ ਆਫ ਮਿਸਿਸਿਗਾ ਇਹ ਵੀ ਕ੍ਰਾਈਸਿਸ ਫੇਸ ਕਰ ਰਹੇ ਹਨ ਕਿ ਇੱਕ ਘਰ ਵਿੱਚ 15-15 20 ਰਹਿ ਰਹੇ ਹਨ, ਜਾਂ ਰੀਅਲ ਸਟੇਟ ਮਾਰਕੀਟ ਵਾਲਿਆਂ ਨੇ ਕਿਹਾ ਘਰ ਲੈ ਲਓ, ਇਹਨਾਂ ਨੂੰ ਇੱਕ ਕਮਰਾ ਕਿਰਾਏ ਦੇ ਦਿਓ। ਹੁਣ ਸੇਫਟੀ ਕਿਹਦੀ ਹੈ? ਸਟੂਡੈਂਟ ਦੀ ਤਾਂ ਸੇਫਟੀ ਹੈ ਨਹੀਂ, ਜਿਹੜੇ ਘਰ ਵਿੱਚ ਰਹਿੰਦੇ ਉਹ ਸੇਫਟੀ ਹੈ ਨਹੀਂ। ਸਟੂਡੈਂਟ ਕਾਰ ਨਹੀਂ ਪਾਰਕ ਕਰ ਸਕਦੇ, ਕਿਸੇ ਨੂੰ ਸੱਦ ਨਹੀਂ ਸਕਦੇ, ਸਿਟੀ ਦੇ ਪ੍ਰੈਸ਼ਰ ਪੇ ਅੱਜ ਕੱਲ੍ਹ ਤਾਂ ਹੀ ਨਹੀਂ ਕੋਈ ਕਹਿੰਦਾ ਵੀ ਬੇਸਮੈਂਟ ਰੈਂਟ ਨਹੀਂ ਦੇ ਸਕਦੇ। ਜਿਹੜੇ ਇੰਨੇ ਲੋਕ ਆਏ ਹੋਏ ਹਨ, ਇਹਨੂੰ ਲੈ ਕੇ ਕਿੱਥੇ ਜਾਣਗੇ? ਪਰ ਇਕੱਠੇ ਹੋ ਕੇ ਇੱਕ ਸਮਝੌਤਾ ਕਿਉਂ ਨਹੀਂ ਕਰਦੇ ਵੀ ਹੋ ਕੀ ਰਿਹਾ, ਕੱਲ੍ਹ ਹੋ ਰਿਹਾ, ਮੈਨੂੰ ਕਿਸ ਤਰ੍ਹਾਂ ਸੋਲਵ ਕਰੀਏ? ਸਾਰਾ ਕਸੂਰ ਹੈ ਜਿਹੜਾ ਉਹ ਓਨਟਾਰੀਓ ਦੀ ਕੰਜ਼ਰਵੇਟਿਵ ਸਰਕਾਰ ਦਾ। ਉਹ 1 ਮਿੰਟ 'ਚ ਕਰ ਸਕਦੇ ਨੇ। ਕਿਬੈਕ ਨੇ ਹੁਣ ਕੀਤਾ ਹੀ ਹੈ। ਕਿਬੈਕ ਦੇ ਵਿੱਚ ਕੀ ਸੀ? ਕਿਬੈਕ ਦਾ ਇੱਕ ਸਮਝੌਤਾ ਸੀ ਫੈਡਰਲ ਗਵਰਨਮੈਂਟ ਦੇ ਨਾਲ ਕਿ ਚਾਹੇ ਪ੍ਰਾਈਵੇਟ ਕਾਲਜ ਵੀ ਕੋਈ ਕਰਦਾ ਉਹਨੂੰ ਤਾਂ ਵੀ ਵਰਕ ਪਰਮਿਟ ਹੈ ਜਿਹੜਾ ਮਿਲੂਗਾ ਜੀ। ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਉਹ ਲੋਕ ਜਿਹੜੇ ਉੱਥੇ ਪੜ੍ਹਦੇ ਨੇ ਉਹ ਤਾਂ ਰਹਿੰਦੇ ਹੀ ਨਹੀਂ ਉੱਥੇ, ਉਹ ਤਾਂ ਰਹਿੰਦੇ ਨੇ ਬਰੈਂਪਟਨ ਮਿਸਿਸਿਗਾ, ਇੱਥੇ ਰਹਿੰਦੇ ਨੇ, 6 ਦਿਨ ਉਰੇ ਕੰਮ ਕਰਦੇ ਨੇ, 1 ਦਿਨ ਪੜ੍ਹਾਈ ਕਰਕੇ ਆਉਂਦੇ ਨੇ, ਉਹ ਤੋਂ ਬਾਅਦ ਜਾਂਦੇ ਨੇ। ਕਿਬੈਕ ਦਾ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ। ਉਹਨਾਂ ਨੇ ਉਹ ਸਮਝੌਤਾ ਖਤਮ ਕਰਤਾ। ਜਦੋਂ ਹੀ ਉਹ ਸਮਝੌਤਾ ਖਤਮ ਹੋਇਆ ਤਾਂ ਸਾਹਿਬ ਕਰੀਬਨ 25 ਤੋਂ 30,000 ਸਟੂਡੈਂਟ ਅਚਾਨਕ ਹੀ ਹਟ ਗਿਆ। ਹੁਣ ਉਹ ਸਾਰੇ ਜਿਹੜੇ ਅੱਗੇ ਬਰੈਂਪਟਨ ਮਿਸਿਸਿਗਾ ਰਹਿੰਦੇ ਸੀ ਉਹ ਦਾਖਲੇ ਹੀ ਨਹੀਂ ਹੋਏ ਕਿਉਂਕਿ ਕਿਬੈਕ ਸਰਕਾਰ ਨੇ ਉਹ ਸਮਝੌਤਾ ਹੀ ਖਤਮ ਕਰਤਾ। ਉਵੇਂ ਜਿਵੇਂ ਜੇ ਓਨਟਾਰੀਓ ਸਰਕਾਰ ਚਾਹੇ ਇਹ ਜਿਹੜੀਆਂ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਛੋਟੇ ਕਾਲਜ ਖੁੱਲੇ ਨੇ ਇੱਥੇ, ਇਹਨਾਂ ਦੀ ਮੋਰਟੋਰੀਅਮ ਲਾਵੇ, ਇਹਨਾਂ ਤੇ ਐਡਮਿਸ਼ਨ ਬੰਦ ਕਰੇ, ਤੁਸੀਂ ਦੇਖੋਗੇ ਇੱਕਦਮ ਸੁਧਾਰ ਆ ਜਾਊਗਾ। ਪਰ ਫਿਰ ਉਹੀ ਗੱਲ ਹੈ ਕਿ ਆਪਾਂ ਨੂੰ ਨਹੀਂ ਪਤਾ ਕਿ ਤੁਸੀਂ ਸੋਚੋ ਜਿਹੜਾ ਹਾਇਰ ਐਜੂਕੇਸ਼ਨ ਦਾ ਮਿਨਿਸਟਰ ਇਹ ਕਹਿ ਰਿਹਾ ਹੋਵੇ ਕਿ ਇਹ ਤਾਂ ਬਹੁਤ ਐਂਟਰਪ੍ਰੇਨਿਓਰੀਅਲ ਹੈ, ਇਹ ਤਾਂ ਬਹੁਤ ਵਧੀਆ ਵਪਾਰ ਹੈ, ਉਹ ਤਾਂ ਐਜੂਕੇਸ਼ਨ ਨੂੰ ਵਪਾਰ ਸਮਝ ਰਿਹਾ ਹੈ, ਉਹਨੂੰ ਤਾਂ ਕੋਈ ਫਾਇਦਾ ਨਹੀਂ। ਉਹ ਤਾਂ ਇਹ ਦੇਖ ਰਿਹਾ ਹੈ ਕਿ ਹਾਂ ਉਰੇ ਆਉਂਦੇ ਆ, ਇੱਥੇ ਆ ਕੇ ਫੀ ਪੇ ਕਰਦੇ ਆ, 4 ਗੁਣਾ ਜ਼ਿਆਦਾ ਫੀ ਪੇ ਕਰਦੇ ਆ, ਉਹ ਤੋਂ ਬਾਅਦ ਇਹ ਸਾਰਾ ਓਨਟਾਰੀਓ ਦੇ ਕਾਲਜਸ ਨੂੰ ਫਾਇਦਾ ਹੋ ਰਿਹਾ। ਪਰ ਓਨਟਾਰੀਓ ਦੇ ਆਡੀਟਰ ਜਨਰਲ ਦੀ ਇਹ ਰਿਪੋਰਟ ਹੈ ਕਿ ਪਬਲਿਕ ਫੰਡਡ ਕਾਲਜ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਗੱਲ ਦਾ, ਸਿਰਫ ਜਿਹੜੇ ਪ੍ਰਾਈਵੇਟ ਕਾਲਜ ਨੇ ਉਹਨਾਂ ਨੂੰ ਫਾਇਦਾ ਇਹਦੇ ਨਾਲ ਹੋ ਰਿਹਾ ਹੈ। ਸੋ ਇਹ ਫੌਰਨ ਪੇਸ਼ਤਰ ਚਾਹੀਦਾ ਹੈ ਕਿ ਇਹਨੂੰ ਬੰਦ ਕੀਤਾ ਜਾਵੇ, ਜਿਹੜੀਆਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪਸ ਨੇ, ਤਾਂ ਹੀ ਇਹਦਾ ਹੱਲ ਹੋਊਗਾ। ਤੇ ਦੂਜਾ, ਲੋਕਾਂ ਨੂੰ ਇਹ ਪਤਾ ਨੈਰੇਟਿਵ ਸਮਝਣਾ ਚਾਹੀਦਾ ਹੈ ਇਹਦੇ 'ਚ ਫੈਡਰਲ ਸਰਕਾਰ ਦਾ ਕੋਈ ਕਸੂਰ, ਕੋਈ ਦੋਸ਼ ਨਹੀਂ, ਇਹ ਓਨਟਾਰੀਓ ਸਰਕਾਰ ਦਾ ਦੋਸ਼ ਹੈ। ਤੁਸੀਂ ਆਪਣੇ MPPs ਨੂੰ ਪੁੱਛੋ, ਜਿਹੜੇ ਤੁਹਾਡੇ ਓਨਟਾਰੀਓ ਦੇ ਮਿਨਿਸਟਰ ਨੇ, ਉਹਨੂੰ ਪੁੱਛੋ ਵੀ ਇਹ ਕਿਉਂ ਸਮਝੌਤੇ ਲਾਗੂ ਕਰੇ ਨੇ, ਉਹ ਆਵਾਜ਼ ਉਠਾਉਣ, ਸਮਝੌਤੇ ਬੰਦ ਹੋਣ, ਤੁਸੀਂ ਦੇਖੋਗੇ ਇੱਕਦਮ ਸੁਧਾਰ ਹੈ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਊਗਾ। ਕੈਨੇਡਾ ਬੜੀ ਸੁੰਦਰ ਕੰਟਰੀ ਹੈ, ਵੰਡਰਫੁਲ ਕੰਟਰੀ, ਹਰ ਇੱਕ ਚਾਹੁੰਦੇ ਪ੍ਰੋਪਰ ਤਰੀਕੇ ਨਾਲ ਗਰੋ ਹੋਵੇ, ਇਹਦੀ ਗਰੋਥ ਹੋਵੇ। ਸਾਰੇ ਬਾਰਡਰ ਤੇ ਬੈਠੇ ਹਨ, ਜੇ ਦੇਖਿਆ ਜਾਵੇ ਜਿੱਥੇ ਚਾਹੁੰਦੇ ਆ ਵੀ ਨਵੀਂ ਜਨਰੇਸ਼ਨ ਪਹੁੰਚੇ, ਨਵੇਂ ਬੱਚੇ, ਨਵੇਂ ਵਰਕਰਸ, ਨਵੇਂ ਐਜੂਕੇਸ਼ਨ ਲੈਵਲ ਪਹੁੰਚੇ, ਉੱਥੇ ਕੋ ਪਹੁੰਚ ਹੀ ਰਿਹਾ। ਸਾਰੇ ਦਾਖਲ ਹੋ ਕੇ ਮੁੜ ਕੇ ਇੱਥੇ ਆ ਜਾਂਦੇ ਆ, ਉਹ ਕਾਲਜ ਦੇ ਕਾਲਜ ਫਿਰ ਖਾਲੀ ਆ, ਪਰ ਉਹਨਾਂ ਦਾ ਵੀ ਫਾਇਦਾ ਹੈਗਾ ਕਿ ਉਹਨਾਂ ਨੂੰ ਦੂਸਰੇ ਪਾਸੇ ਫੀਸ ਮਿਲ ਰਹੀ ਆ। ਬਿਲਕੁਲ ਜੀ। ਤੇ ਨੋਵਾ ਸਕੋਸ਼ੀਆ ਗੁੱਡ ਐਗਜ਼ਾਮਪਲ ਹੈ। ਨੋਵਾ ਸਕੋਸ਼ੀਆ ਨੇ ਵੀ ਕੀਤਾ, ਉਹਨੇ ਕਿਹਾ ਜਿਹੜਾ ਨੋਵਾ ਸਕੋਸ਼ੀਆ 'ਚ ਪੜੂਗਾ ਸਿਰਫ ਉਹਨੂੰ ਇਹ ਨੋਮੀਨੇਸ਼ਨ ਮਿਲੂ, ਕੋਈ ਬਾਹਰੋਂ ਆ ਕੇ ਪੜ੍ਹ ਕੇ ਨੋਮੀਨੇਸ਼ਨ ਨਹੀਂ ਲਿਜਾ ਸਕੂਗਾ। ਸੋ ਜੇ ਨੋਵਾ ਸਕੋਸ਼ੀਆ ਕਰ ਸਕਦਾ, ਓਨਟਾਰੀਓ ਕਿਉਂ ਨਹੀਂ ਕਰ ਸਕਦਾ ਜੀ? ਸਾਰੇ ਕਿਤੇ ਸੁਧਾਰ ਹੋ ਰਿਹਾ ਹੈ। ਓਨਟਾਰੀਓ ਕੰਜ਼ਰਵੇਟਿਵਸ ਨੇ, ਜਿਹੜੇ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਜਿਹੜੀ ਡਗ ਫੋਰਡ ਦੀ ਹੈ, ਉਹ ਨਹੀਂ ਸੁਧਾਰ ਕਰਨਾ ਚਾਹੁੰਦੀ। ਉਹਦੀ ਦੂਜੀ ਟਰਮ ਆ ਗਈ, ਉਹਨੂੰ ਪਹਿਲੀ ਟਰਮ 'ਚ ਜਿਹੜਾ ਹੋਇਆ ਵਾ ਵਧੀਆ ਚੀਜ਼ ਸੀ ਉਹਨੂੰ ਵੀ ਉਹਨੇ ਹੋਰ ਖਰਾਬ ਕੀਤਾ ਹੈਗਾ। ਸੋ ਮੈਸ ਕਲੀਨਅਪ ਹੋਣਾ ਹੋਵੇ ਤਾਂ ਡਗ ਫੋਰਡ ਹੀ ਕਰ ਸਕਦਾ। ਬਿਲਕੁਲ ਜੀ, ਕਰ ਸਕਦਾ ਹੈ, ਐਬਸੋਲੂਟਲੀ। ਡਗ ਫੋਰਡ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਿਹੜਾ ਹਾਇਰ ਐਜੂਕੇਸ਼ਨ ਮਿਨਿਸਟਰ ਹੈ ਉਹਨੂੰ ਇਹ ਗੱਲ ਆਖੇ ਕਿ ਸਮਝੌਤਿਆਂ ਤੇ ਮੋਰਟੋਰੀਅਮ ਲਾਵੇ। ਜਿੱਥੇ ਜਿੱਥੇ ਇਹ ਸਕੂਲਸ ਨੇ, ਸਡਬਰੀ, ਸੂਸੇਮਰੀ, ਥੰਡਰ ਬੇ, ਜਿੱਥੇ ਕਿਤੇ ਵੀ ਹੈਗੇ ਨੇ, ਇਹ ਸਾਰੇ ਉੱਥੇ ਜਾ ਕੇ ਆਪਣੀ ਪੜ੍ਹਾਈ ਕਰਾਉਣ। ਤੁਸੀਂ ਦੇਖੋਗੇ ਇੱਕਦਮ ਹਾਲਾਤ ਨੇ ਜਿਹੜੇ ਉਹ ਸੁਧਰ ਜਾਣਗੇ। ਜਿਹੜੀ ਰਿਸੈਸ਼ਨ ਹੋ ਰਹੀ ਹੈ, ਇਕਨੋਮੀ ਠੀਕ ਹੋ ਜਾਵੇਗੀ। ਐਬਸੋਲੂਟਲੀ। ਹੁਣ ਜੇ ਤੁਸੀਂ ਮਾਈਗ੍ਰੇਟ ਕਰ ਦੋ, ਜਿੱਥੇ ਸਟੂਡੈਂਟ ਪੜ੍ਹਨ ਆਇਆ ਉੱਥੇ ਪੜ੍ਹਨ ਜਾਵੇ ਤਾਂ ਉੱਥੇ ਤਰੱਕੀ ਹੋਣੀ ਸ਼ੁਰੂ ਹੋ ਜੂਗੀ ਜੀ। ਇੱਥੇ ਤੁਸੀਂ ਦੇਖੋਗੇ ਕਿ ਜਦੋਂ ਉਹ ਵਾਇਬਿਲਿਟੀ ਘਟੂਗੀ
ਕਿ ਘਰ ਦੇ ਵਿੱਚੋਂ 15 ਜਾਣੇ ਨਹੀਂ ਰਹਿਣਗੇ ਤੇ ਉਹ ਘਰ ਦੀ ਵੈਲਿਊ ਉਹ ਇੱਕ ਜਣੇ ਨੂੰ ਕਿਰਾਏ ਤੇ ਦੇ ਕੇ ਤਾਂ ਉਹਦੀ ਵਾਇਬਿਲਿਟੀ ਬਣਨੀ ਨਹੀਂ, ਤੇ ਉਹ ਆਪੇ ਪ੍ਰਾਈਸਿਸ ਵੀ ਸਹੀ ਹੋਣੀਆਂ ਸ਼ੁਰੂ ਹੋ ਜਾਣਗੀਆਂ ਜੀ। ਸੋ 2-3 ਕੰਮ ਹੈ, ਜੇ ਸਟੂਡੈਂਟ ਇੱਕ ਹਫ਼ਤਾ ਕੰਮ ਕਰਨਾ ਬੰਦ ਕਰ ਦੇਣਾ ਤਾਂ ਇੱਥੇ ਇਕਨੋਮੀ ਵੀ ਡਾਊਨ ਹੋ ਜਾਏ, ਕਿਉਂਕਿ ਬਹੁਤ ਸਟੂਡੈਂਟ ਮਿਹਨਤ ਕਰਦੇ, ਕੰਮ ਕਰਦੇ, ਪੜ੍ਹਦੇ ਆ ਭਈ ਸਹੀ ਜਗ੍ਹਾ ਪਹੁੰਚਣ, ਸਹੀ ਪਲੇਸ ਤੇ ਕੰਮ ਕਰਨ, ਸਹੀ ਪਲੇਸ ਤੇ ਪੜ੍ਹਨ। ਕਿਉਂ ਬੜਾ ਦੁੱਖ ਲੱਗਦਾ ਜਦੋਂ ਮੈਂ ਦੇਖਦਾ ਨਾ ਕਾਲਜ ਸਿਰਫ 2 ਕਮਰੇ ਹੁੰਦੇ ਆ। ਬਿਲਕੁਲ ਜੀ, ਬਿਲਕੁਲ ਸਹੀ ਕਹਿ ਰਹੇ ਹੋ। ਇਹੀ ਜਿਹੜੀ ਸਹੀ ਕਰਨ ਦੀ ਚੀਜ਼ ਹੈ, ਆਡੀਟਰ ਜਨਰਲ ਦੀ ਰਿਪੋਰਟ ਵੀ ਹੈ ਵੀ ਇਹ ਬਿਲਕੁਲ ਸਹੀ ਨਹੀਂ ਹੋ ਰਿਹਾ, ਤਾਂ ਵੀ ontario conservative ਦੇ ਸਿਰ ਦੇ ਉੱਤੇ ਕੋਈ ਜੂ ਨਹੀਂ ਸਰ ਕਰੇ। ਲਓ ਜੀ, ਇਹ ਤਾਂ ਆਪਾਂ ਜਨਰਲ ਨੌਲੇਜ ਵਾਸਤੇ ਇਨਫੋਰਮੇਸ਼ਨ ਲਈ ਸੀ ਵੀ ਰੂਲਸ ਐਂਡ ਰੈਗੂਲੇਸ਼ਨ ਕਿੱਦਾਂ ਚੇਂਜ ਹੁੰਦੇ, ਕੌਣ ਚੇਂਜ ਕਰਦਾ, ਕੱਲ੍ਹ ਇਹ ਚੇਂਜ ਕਰਦਾ, ਕਿ ਵੀ ਆਪਾਂ ਕਿਸੇ ਹੋਰ ਬੰਦੇ ਦੇ ਬਲੇਮ ਕਰੀ ਹੀ ਸੋਚਦਾ ਬਈ ਟੂਡੋ ਦਾ ਬੰਦੇ ਲਿਆ ਕੇ ਸਿੱਟੀ ਜਾਂਦਾ। ਇੱਥੇ ਲੋਕੀ ਬਰੈਂਪਟਨ ਦੇ ਮਿਸਾਂ ਵਾਲੇ ਤੰਗ ਆ ਵੀ ਹੋਰ ਬੰਦੇ ਕਿੰਨੇ ਕੁ ਲਿਆਉਣਗੇ। ਜੇ ਦੇਖਿਆ ਜਾਵੇ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਆਉਣਾ ਨਹੀਂ ਚਾਹੀਦਾ ਕੈਨੇਡਾ ਵਿੱਚ, ਪ੍ਰੋਪਰ ਤਰੀਕੇ ਨਾਲ ਪ੍ਰੋਪਰ ਚੈਨਲ ਜਿਹਦੇ ਕਿਸੇ ਹੋਰ ਨੂੰ ਦੁੱਖ ਨਾ ਲੱਗੇ। ਬਿਲਕੁਲ ਜੀ, ਆਉਣਾ ਚਾਹੀਦਾ, ਇਹ ਇਕਨੋਮਿਕ ਗਰੋਥ ਲਈ ਜ਼ਰੂਰੀ ਹੈ, ਪਰ ਉਹ ਇਕਨੋਮਿਕ ਗਰੋਥ ਸਾਰੇ ਕਿਤੇ ਹੋਵੇ। ਉਹਨੂੰ ਤੁਸੀਂ ਬੈਡ ਪਾਲਿਸੀ ਬਣਾ ਕੇ ਇੱਕ ਥਾਵੇਂ ਭੀੜ ਕਰਕੇ ਤੇ ਦੂਜੇ ਥਾਵਾਂ ਦੇ ਵਿੱਚੋਂ ਜਿੱਥੇ ਬੰਦੇ ਦੀ ਲੋੜ ਉੱਥੇ ਬੰਦੇ ਹੈ ਨਹੀਂ, ਜਦ ਕਿ ਐਸੈਂਸ ਇਹ ਹੈ ਕਿ ਤਰੱਕੀ ਹੈ, ਇਮੀਗ੍ਰੇਸ਼ਨ ਹੈ, ਸਾਰੇ ਕੈਨੇਡਾ 'ਚ ਹੋਣੀ ਚਾਹੀਦੀ ਹੈ। ਕਈ ਵਾਰੀ ਕਾਫੀ ਸਾਰੇ ਰੂਲ ਚੇਂਜ ਹੁੰਦੇ ਹਨ। ਖੈਰ ਤੋਂ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਇਮੀਗ੍ਰੇਸ਼ਨ ਬਾਰੇ ਕਿੱਦਾਂ ਲੈ ਸਕਦੇ ਹਾਂ? ਜੀ ਸਾਡੇ 3 ਆਫਿਸ ਹੈਗੇ ਆ ਇੱਥੇ ਸਟੀਲਸ ਐਂਡ ਟਾਰਡਨ ਦੇ ਉੱਤੇ, ਬਰੈਂਪਟਨ ਦੇ ਵਿੱਚੋਂ, ਸਰੀ ਦੇ ਵਿੱਚੋਂ 80 ਐਵਨਿਊ ਤੇ 128 ਸਟਰੀਟ ਤੇ ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ, ਇਹਦੇ ਨਾਲ ਐਬਸਫੋਰਡ ਦੇ ਵਿੱਚ ਸਾਊਥ ਫਰੇਜ਼ਰ ਵੇ ਦੇ ਉੱਤੇ ਹੈ ਜੀ ਖਾਲਸਾ ਕ੍ਰੈਡਿਟ ਯੂਨੀਅਨ ਬੈਂਕ ਦੇ 2nd ਫਲੋਰ ਤੇ। ਅਸੀਂ ਮੰਡੇ ਟੂ ਫਰਾਈਡੇ 10 ਵਜੇ ਤੋਂ 6 ਵਜੇ ਤੱਕ ਆਪਦੀ ਸੇਵਾ 'ਚ ਅਵੇਲੇਬਲ ਹੁੰਦੇ ਆ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਇਹ ਸਾਡੀ ਗੁਰਪ੍ਰੀਤ ਖੈਰ ਸਾਹਿਬ, ਕੋਈ ਜਾਣਕਾਰੀ ਲੈਣੀ ਹੋਵੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕੰਸਲਟੇਸ਼ਨ ਫ੍ਰੀ ਹੁੰਦੀ ਹੈ, ਜੇ ਇਹਨਾਂ ਨੂੰ ਰਿਟੇਨ ਕਰਦੇ ਆ ਤਾਂ ਹੀ ਪੈਸੇ ਚਾਰਜ ਕਰਦੇ ਆ। ਜਾਣਕਾਰੀ ਲੈ ਲਿਆ ਕਰੋ। ਜੇ ਤੁਸੀਂ ਕਿਸੇ ਵੀ ਮਸਲੇ ਵਿੱਚ ਫਸੇ ਹੋ, ਕਿਸੇ ਨੂੰ ਇੰਡੀਆ ਤੋਂ ਮੰਗਵਾਉਣਾ ਚਾਹੁੰਦੇ ਹੋ, ਵਰਕ ਪਰਮਿਟ, ਐਕਸਪ੍ਰੈਸ ਐਂਟਰੀ, ਜਿਹੜੀ ਵੀ ਜਾਣਕਾਰੀ ਲੈਣੀ ਆ ਇਹਨਾਂ ਕੋਲ ਤੁਸੀਂ ਲੈ ਸਕਦੇ ਹੋ।